ਧੰਨ ਵਾਹਿਗੁਰੂ ਜੀ। ਸ੍ਰੀ ਸੈਣ ਧੂਪ ਦੀਪ ਘ੍ਰਿਤ ਸਾਜ ਆਰਤੀ। ਵਾਰਨੇ ਜਾਓ ਕਮਲਾਪਤੀ। ਮੰਗਲਾ ਹਰ ਮੰਗਲਾ ਨਿਤ ਮੰਗਲ। ਰਾਜਾ ਰਾਮ ਰਾਏ ਕੋ ਰਹਾਉ। ਊਤਮ ਦੀਅਰਾ ਨਿਰਮਲ ਬਾਤੀ। ਤੁਹੀਂ ਨਿਰੰਜਨ ਕਮਲਾਪਾਤੀ। ਰਾਮਾ ਭਗਤ ਰਾਮਾਨੰਦ ਜਾਣੈ। ਪੂਰਨ ਪਰਮਾਨੰਦ ਬਖਾਨੈ। ਮਦਨ ਮੂਰਤ ਭੈ ਤਾਰ ਗੋਬਿੰਦੇ। ਸੈਨ ਪਣਹਿ ਭਜ ਪਰਮਾਨੰਦੇ। ਮਦਨ ਮੂਰਤ ਭੈ ਤਾਰ ਗੋਬਿੰਦੇ। ਸੈਨ ਪਣਹਿ ਭਜ ਪਰਮਾਨੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਜੀ ਨੇ ਬਖਸ਼ਿਸ਼ ਕੀਤੀ ਹੈ ਸਤ ਸੰਗਤ ਰੂਪ ਵਿੱਚ ਗੁਰੂ ਮਹਾਰਾਜ ਦੇ ਪਾਵਨ ਹਜ਼ੂਰ ਸੱਜ ਕੇ ਆਪ ਜੀ ਨੇ ਮਹਾਰਾਜ ਦੀ ਪਾਵਨ ਬਾਣੀ ਅਤੇ ਕੀਰਤਨ ਅਤੇ ਪਾਠ ਦੇ ਰੂਪ ਵਿੱਚ ਸਤਿਗੁਰੂ ਦੇ ਪਾਵਨ ਉਪਦੇਸ਼ ਨਾਲ ਸਾਂਝ ਬਣਾਉਣ ਦਾ ਇਹ ਯਤਨ ਕੀਤਾ ਹੈ। ਜਿਸ ਪਾਵਨ ਸ਼ਬਦ ਦਾ ਆਪ ਜੀ ਨੇ ਪਾਠ ਸ਼ਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 695 ਉੱਪਰ ਇਹ ਪਾਵਨ ਸ਼ਬਦ ਦਰਜ ਹੈ ਅਤੇ ਕੁਝ ਭਗਤਾਂ ਦੇ ਸਾਂਝੇ ਸ਼ਬਦਾਂ ਦਾ ਸਮੂਹ ਹੈ। ਇਸ ਉੱਪਰ ਜੋ ਸਿਰਲੇਖ ਹੈ, ਧਨਾਸਰੀ ਬਾਣੀ ਭਗਤਾਂ ਕੀ, ਇਹ ਸਾਂਝਾ ਸਿਰਲੇਖ ਹੈ। ਫਿਰ ਜਿਸ ਜਿਸ ਮਹਾਂਪੁਰਖ ਦਾ ਜੋ ਸ਼ਬਦ ਹੈ ਉਹਦੇ ਉੱਤੇ ਉਹਨਾਂ ਦਾ ਨਾਮ ਦਰਜ ਹੈ। ਜਿਵੇਂ ਪਹਿਲਾ ਸ਼ਬਦ ਭਗਤ ਤ੍ਰਿਲੋਚਨ ਜੀ ਦਾ ਹੈ ਤਾਂ ਉਹਨਾਂ ਦਾ ਨਾਮ ਦਰਜ ਹੈ। ਇਹ ਦੂਸਰਾ ਸ਼ਬਦ ਹੈ ਸ੍ਰੀ ਸੈਣ। ਤੀਸਰਾ ਸ਼ਬਦ ਭਗਤ ਪੀਪਾ ਜੀ ਦਾ ਹੈ। ਚੌਥਾ ਭਗਤ ਧੰਨਾ ਜੀ ਦਾ ਹੈ। ਤੋ ਸਾਰੇ ਮਹਾਂਪੁਰਖਾਂ ਦੇ ਉੱਪਰ ਨਾਮ ਦਰਜ ਹਨ। ਭਗਤ ਸੈਣ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕੇਵਲ ਇੱਕੋ ਹੀ ਸ਼ਬਦ ਹੈ। ਧਨਾਸਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 695 ਉੱਤੇ ਜਿਸ ਦਾ ਆਪ ਜੀ ਨੇ ਹੁਣੇ ਪਾਠ ਸੁਣਿਆ ਹੈ। ਭਗਤ ਰਵਿਦਾਸ ਸਾਹਿਬ ਮਹਾਰਾਜ ਨੇ ਆਪਣੇ ਇੱਕ ਸ਼ਬਦ ਵਿੱਚ ਜਿਸ ਦਾ ਆਰੰਭ ਹੁੰਦਾ ਹੈ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਵਾਜ ਗੁਸਈਆ ਮੇਰਾ ਮਾਥੈ ਛਤਰ ਧਰੈ। ਉਸ ਵਿੱਚ ਉਹਨਾਂ ਨੇ ਇਸ ਸੰਕਲਪ ਦਾ ਜ਼ਿਕਰ ਕੀਤਾ ਹੈ ਵੀ ਪਰਮੇਸ਼ਰ ਦੀ ਇਬਾਦਤ ਜਾ ਕੀ ਛੋਤ ਜਗਤ ਕਉ ਲਾਗੈ, ਤਾਂ ਪਰ ਤੂੰ ਹੀ ਢਰੈ ਨੀਚਾ ਊਚ ਕਰੈ, ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਨਾਮਦੇਵ ਕਬੀਰ ਤਿਲੋਚਨ ਸਦਨਾ ਸੈਣ ਧਰੈ। ਉਹਨਾਂ ਨੇ ਸੈਣ ਜੀ ਦਾ ਜ਼ਿਕਰ ਕੀਤਾ ਹੈ। ਭਗਤ ਧੰਨਾ ਜੀ ਦੇ ਸਿਰਲੇਖ ਹੇਠ ਜੋ ਸ਼ਬਦ ਦਰਜ ਹੈ,
ਜਿਸ ਨੂੰ ਆਪਾਂ ਪੜ੍ਹਦੇ ਹਾਂ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਹਾਲਾਂਕਿ ਇਸ ਉੱਪਰ ਮਹੱਲਾ ਪੰਜਵਾਂ ਦਰਜ ਹੈ, ਪਰ ਬਾਣੀ ਜਿਹੜੀ ਹੈ ਸਮੁੱਚੀ ਉਹ ਭਗਤ ਧੰਨਾ ਜੀ ਦੀ ਉੱਥੇ ਚੱਲਦੀ ਹੈ। ਕਹਿੰਦੇ ਨੇ ਜਦੋਂ ਲਿਥੋਗ੍ਰਾਫੀ, ਜਿਸ ਨੂੰ ਆਪਾਂ ਪੱਥਰ ਛਾਪਾ ਕਹਿੰਦੇ ਹਾਂ, ਪੱਥਰ ਛਾਪੇ ਵੇਲੇ ਇਸ ਦੇ ਉੱਪਰ ਮਹੱਲਾ ਪੰਜਵਾਂ ਦਰਜ ਹੋਇਆ। ਜੋ ਹੱਥ ਲਿਖਤ ਪੁਰਾਤਨ ਬੀੜਾਂ ਹਨ ਉੱਥੇ ਕੇਵਲ ਇਹ ਸ਼ਬਦ, ਇਹਦਾ ਜੋ ਸਿਰਲੇਖ ਹੈ ਆਸਾ, ਤੇ ਸ਼ਬਦ ਇਸ ਨੂੰ ਧੰਨਾ ਜੀ ਦੇ ਸ਼ਬਦਾਂ ਵਿੱਚ ਹੀ ਕਾਊਂਟ ਕੀਤਾ ਗਿਆ। ਉਸ ਸ਼ਬਦ ਵਿੱਚ ਜ਼ਿਕਰ ਹੈ, ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਨਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮਹਿ ਗਨਿਆ। ਭਗਤ ਸੈਣ ਜੀ, ਬੁਤਕਾਰੀਆ ਤੋਂ ਭਾਵ ਹੈ ਬੁੱਤੀਆਂ ਕਰਨੀਆਂ, ਸੇਵਾਦਾਰੀਆਂ ਕਰਨੀਆਂ, ਚਾਕਰੀ ਕਰਨੀ। ਲਿਖਦੇ ਹਨ ਇਤਿਹਾਸਕਾਰ, ਸਾਖੀਕਾਰ ਕਿ ਇੱਕ ਰਾਜੇ ਦੇ ਕੋਲ ਉਹ ਨੌਕਰ ਸਨ ਤੇ ਨਿੱਕੀਆਂ ਮੋਟੀਆਂ ਬੁੱਤੀਆਂ ਕਰਦੇ ਸਨ, ਤੇ ਉਹ ਬੁੱਤੀਆਂ ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਨਿਆ। ਘਰ ਘਰ ਵਿੱਚ ਲੋਕ ਜਾਣਦੇ ਸਨ ਕਿ ਸੈਣ ਜੀ ਐਸੇ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਜਿਨ੍ਹਾਂ ਨੂੰ ਨਾਈ ਕਿਹਾ ਜਾਂਦਾ ਹੈ, ਤੇ ਜਿਨ੍ਹਾਂ ਦਾ ਪੇਸ਼ਾ ਰੁਜ਼ਗਾਰ ਬੁੱਤੀਆਂ, ਨਿੱਕੇ ਮੋਟੇ ਕਾਰਜ ਕਰਨੇ ਨੇ ਲੋਕਾਂ ਦੇ ਘਰਾਂ ਦੇ। ਰਾਜੇ ਦੇ ਕੋਲ ਨੌਕਰੀ ਕਰਦੇ ਸਨ, ਘਰ ਦੇ ਹੋਰ ਜੋ ਸੇਵਾ ਆਦਿਕ ਦੇ ਕਾਰਜ ਨੇ ਉਹ ਕਰਨੇ, ਤੇ ਉਹ ਉਹਨਾਂ ਦਾ ਰੁਜ਼ਗਾਰ ਸੀ। ਪਰ ਸੈਣ ਜੀ ਉੱਗੇ ਹੋਏ ਸੰਸਾਰ ਦੇ ਵਿੱਚ ਕਿਸ ਕਾਰਜ ਕਰਕੇ ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਪਰਮੇਸ਼ਰ ਦਾ ਨਾਮ ਉਹਨਾਂ ਦੇ ਹਿਰਦੇ 'ਚ ਵਸਿਆ ਤੇ ਉਹ ਭਗਤਾਂ ਦੀ ਗਿਣਤੀ ਵਿੱਚ ਆ ਗਏ। ਭਗਤ ਸੈਣ ਜੀ ਦਾ ਇੱਕੋ ਹੀ ਸ਼ਬਦ ਮੁਯੱਸਰ ਹੈ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਹੈ। ਭਗਤ ਸੈਣ ਜੀ ਦਾ ਜੋ ਸਮਾਂ ਹੈ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਪਹਿਲਾਂ ਦਾ ਹੈ। ਸੁਭਾਵਕ ਹੈ, ਬਾਕੀ ਮਹਾਂਪੁਰਖਾਂ ਦੇ ਨਾਲ ਹੀ ਗੁਰੂ ਨਾਨਕ ਸਾਹਿਬ ਜੀ ਨੇ ਭਗਤ ਸੈਣ ਜੀ ਦਾ ਇਹ ਸ਼ਬਦ ਵੀ ਉਚੇਚਾ ਦਰਜ ਕਰ ਲਿਆ। ਬੜੀ ਵੱਡੀ ਵਿਡੰਬਣਾ ਹੈ ਕਿ ਭਗਤ ਸਾਹਿਬਾਨਾਂ ਦੇ, ਬਹੁਤੇ ਭਗਤ ਸਾਹਿਬਾਨਾਂ ਦੇ ਸਾਨੂੰ ਮੁਕੰਮਲ ਜੀਵਨ ਹਾਲਾਤ ਨਹੀਂ ਮਿਲਦੇ ਲਿਖੇ ਹੋਏ, ਕੇਵਲ ਇੱਕਾ ਦੁੱਕਾ ਸਾਖੀਆਂ ਹੀ ਮਿਲਦੀਆਂ ਨੇ, ਤੇ ਕਈ ਤਾਂ ਸਾਖੀਆਂ ਵੀ ਭਗਤ ਸਾਹਿਬਾਨਾਂ ਦੀ ਸ਼ਾਨ ਦੇ ਖਿਲਾਫ ਹੀ ਲਿਖੀਆਂ ਮਿਲਦੀਆਂ ਨੇ। ਲਿਖਣ ਵਾਲਿਆਂ ਨੇ ਆਪਣੇ ਹਿਸਾਬ ਨਾਲ ਜੋ ਜਿਸ ਦੇ ਜੀ ਆਇਆ ਲਿਖਿਆ। ਸਾਡਾ ਲਿਖਿਆ ਹੋਇਆ ਸਾਡੀ ਸੋਚ ਮੁਤਾਬਕ ਹੁੰਦਾ ਹੈ, ਅਸੀਂ ਆਪਣੇ ਮੁਤਾਬਕ ਭਗਤਾਂ ਦਾ ਚਿਤਰਣ ਕਰਦੇ ਹਾਂ, ਉਹਨਾਂ ਦੇ ਜੀਵਨ ਦੀਆਂ ਗਾਥਾਵਾਂ ਲਿਖਦੇ ਹਾਂ। ਅਸਲ ਪ੍ਰਮਾਣਿਕ ਜਿਹੜੀ ਹੈ ਉਹ ਕੇਵਲ ਉਹਨਾਂ ਦੀ ਕਹੀ ਹੋਈ ਬਾਣੀ, ਉਹਨਾਂ ਦਾ ਉਪਦੇਸ਼ ਹੀ ਹੈ ਜਿਹੜਾ ਉਹਨਾਂ ਨੇ ਖੁਦ ਕਿਹਾ। ਉਹਨਾਂ ਬਾਰੇ ਦੂਜਿਆਂ ਨੇ ਲਿਖਿਆ, ਜੋ ਉਹਨਾਂ ਨੇ ਲਿਖਿਆ ਉਹ ਪ੍ਰਮਾਣਿਕ ਹੈ, ਉਹ ਉਹਨਾਂ ਦਾ, ਉਹਨਾਂ ਦਾ ਆਪਣਾ। ਸੋ ਭਗਤ ਸੈਣ ਜੀ ਦਾ ਇਹ ਮੁਬਾਰਕ ਸ਼ਬਦ ਜਿਹੜਾ ਇਸ ਦੇ ਰਹਾਉ ਵਾਲੇ ਬੰਦ ਵਿੱਚ ਫਰਮਾਉਂਦੇ ਹਨ, ਮੰਗਲਾ ਹਰ ਮੰਗਲਾ। ਮੰਗਲ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਵਾਰ ਆਇਆ। ਮੰਗਲ ਦਾ ਮਤਲਬ ਹੁੰਦਾ ਹੈ ਖੁਸ਼ੀ ਦਾ ਗੀਤ, ਵੀ ਅੰਦਰ ਉਤਸ਼ਾਹ ਹੋਵੇ, ਚਾਅ ਹੋਵੇ, ਮਾਹੌਲ ਪ੍ਰਸੰਨਤਾ ਦਾ ਹੋਵੇ, ਤੇ ਕੋਈ ਖੁਸ਼ੀ ਦਾ ਗੀਤ ਗਾਉਣਾ ਜਿਸ ਵਿੱਚ ਖੁਸ਼ੀ ਦਾ ਝਲਕਾਰਾ ਹੋਵੇ। ਇੱਥੇ ਮੰਗਲ ਤੋਂ ਭਾਵ ਕੀ ਹੈ? ਪਰਮੇਸ਼ਰ ਦੀ ਉਹ ਸਿਫਤ ਸਲਾਹ ਜਿਹੜੀ ਤੁਹਾਡੇ ਅੰਦਰ ਆਨੰਦ, ਜਿਹੜੀ ਤੁਹਾਡੇ ਅੰਦਰ ਇੱਕ ਖੁਸ਼ੀ ਤੇ ਉਤਸ਼ਾਹ ਦਾ ਭਾਵ ਪੈਦਾ ਕਰਦੀ ਹੈ। ਭਾਵ ਪਰਮੇਸ਼ਰ ਦੀ ਸਿਫਤੋ ਸਲਾਹ ਜਿਹੜੀ ਆਨੰਦ, ਖੁਸ਼ੀ ਤੇ ਸਹਿਜ, ਟਿਕਾਓ ਤੇ ਉਤਸ਼ਾਹ ਬਖਸ਼ਿਸ਼ ਕਰਨ ਵਾਲੀ ਹੈ। ਹੁਣ ਜ਼ਰਾ ਸੋਚੀਏ, ਸੰਸਾਰ ਵਿੱਚ ਆਪਾਂ ਵੀ ਵਿਚਰਦੇ ਹਾਂ, ਗੀਤ ਕਈ ਪ੍ਰਕਾਰ ਦੇ ਨੇ, ਸੰਗੀਤ ਕਈ ਪ੍ਰਕਾਰ ਦਾ ਹੈ। ਕੋਈ ਐਸੀ ਧੁਨ ਵੱਜਦੀ ਹੈ ਵੀ ਬੰਦਾ ਮਾਯੂਸ ਜਿਹਾ ਹੋ ਜਾਂਦਾ ਹੈ, ਸੈਡ ਜਿਹਾ ਹੋ ਜਾਂਦਾ ਹੈ, ਉਦਾਸ ਜਿਹਾ ਹੋ ਜਾਂਦਾ ਹੈ, ਵੈਰਾਗਮਈ ਧੁਨ ਹੁੰਦੀ ਹੈ। ਕੁਝ ਐਸੀ ਧੁਨ ਵੀ ਹੁੰਦੀ ਹੈ ਸੰਗੀਤ ਰਾਹੀਂ ਜਿਹੜੀ ਮਨ ਨੂੰ ਉਤਸ਼ਾਹ ਦਿੰਦੀ ਹੈ, ਕੋਈ ਜੋਸ਼ ਦਿੰਦੀ ਹੈ। ਇਸੇ ਕਰਕੇ 9 ਰਸ ਕਵਿਤਾ ਦੇ ਮੰਨੇ ਨੇ ਵਿਚਾਰਵਾਨਾਂ ਨੇ। ਜਦੋਂ ਤੁਸੀਂ ਕਾਵਿ ਨੂੰ ਪੜ੍ਹਦੇ ਹੋ ਉਹਦੇ ਵਿੱਚ ਹੈ ਸੌਂਦਰਯ ਰਸ, ਸੁੰਦਰਤਾ ਦਾ ਜ਼ਿਕਰ। ਜਦੋਂ ਮਹਾਰਾਜ ਬਾਣੀ ਵਿੱਚ ਇਹ ਕਹਿੰਦੇ ਨਾ ਕਿ ਹੇ ਅਕਾਲ ਪੁਰਖ ਵਾਹਿਗੁਰੂ, ਸੋਹਣੇ ਨੱਕ ਜਿਨ ਲੰਬੜੇ ਵਾਲਾ, ਇਹਨੂੰ ਸੌਂਦਰਯ ਰਸ ਕਹਿੰਦੇ ਨੇ ਕਾਵਿ ਦਾ, ਸੁੰਦਰਤਾ ਦਾ ਜਿਸ ਵਿੱਚ ਪ੍ਰਗਟਾਵਾ ਹੈ।
ਇੱਕ ਹੈ ਬੀਰ ਰਸ। ਜਦੋਂ ਆਪਾਂ ਇਹ ਸ਼ਬਦ ਪੜ੍ਹਦੇ ਹਾਂ, ਸ਼ਲੋਕ ਪੜ੍ਹਦੇ ਹਾਂ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ, ਤਾਂ ਸ਼ਬਦਾਂ ਦੀ ਚੋਣ ਤੇ ਬਣਤਰ ਜਿਹੜੀ ਹੈ ਉਹ ਬੀਰ ਰਸ ਨਾਲ ਸੰਬੰਧਿਤ ਹੈ। ਇਸੇ ਤਰ੍ਹਾਂ ਜਿਵੇਂ ਅਸੀਂ ਹੋਰ ਕਈ ਸ਼ਬਦ ਪੜ੍ਹੀਏ ਜਿਸ ਵਿੱਚ ਬੀਰ ਰਸ ਤੋਂ ਬਿਨਾਂ ਵੈਰਾਗ ਰਸ ਭਾਰੂ ਹੋਵੇ, ਜਿਸ ਵਿੱਚ ਵੈਰਾਗ ਦਾ ਜ਼ਿਕਰ ਹੋਵੇ, ਜਿਸ ਵਿੱਚ ਖੁਸ਼ੀ ਦਾ ਜ਼ਿਕਰ ਹੋਵੇ, ਯਾਨੀ ਕਿ ਸਾਡੀ ਫੀਲਿੰਗ ਨੂੰ ਬਿਆਨ ਕਰਨ ਵਾਲੀ ਤੇ ਸਾਨੂੰ ਉਸ ਫੀਲਿੰਗ ਵਿੱਚ ਲੈ ਜਾਣ ਵਾਲਾ ਜਿਹੜਾ ਕਵਿਤਾ ਦਾ ਤਰੀਕਾ ਹੈ ਲਿਖਣ ਦਾ, ਉਸ ਨੂੰ ਰਸ ਕਿਹਾ ਜਾਂਦਾ ਹੈ, ਕਵਿਤਾ ਦਾ ਰਸ। ਤੇ ਕੋਈ ਧੁਨ ਇਹੋ ਜਿਹੀ ਵੱਜਦੀ ਹੈ ਵੀ ਉਹ ਧੁਨ ਦੇ ਨਾਲ ਮਨੁੱਖ ਦਾ ਮਨ ਉਤਸ਼ਾਹ 'ਚ ਆ ਜਾਂਦਾ ਹੈ। ਵਲਵਲਿਆਂ ਦੀ ਗੱਲ ਖੇਡ ਹੈ ਸਾਰੀ। ਪਰ ਅਸੀਂ ਜੋ ਆਮ ਸੰਗੀਤ ਸੁਣਦੇ ਹਾਂ, ਜਦੋਂ ਕੋਈ ਖੁਸ਼ੀ ਦਾ ਗੀਤ ਗਾਈਏ ਤਾਂ ਘੜੀ ਪਲ ਬਾਅਦ ਹੀ ਸਾਡਾ ਮਨ ਉਹੋ ਜਿਹਾ ਨਹੀਂ ਰਹਿੰਦਾ ਜਿਹੋ ਜਿਹਾ ਉਸ ਵੇਲੇ ਉਹੋ ਜਿਹੀ ਧੁਨ ਸੁਣ ਕੇ ਹੁੰਦਾ। ਯਾਨੀ ਕਿ ਇੱਕ ਵਕਤੀ ਪ੍ਰਭਾਵ ਸਾਡੇ ਉੱਤੇ ਪੈਂਦਾ ਹੈ ਸੰਗੀਤ ਦਾ, ਉਹ ਕੇਵਲ ਸਾਡੀ ਫੀਲਿੰਗ ਨੂੰ ਜਗਾਉਂਦਾ ਹੈ। ਪਰ ਐਸਾ ਦੁਨੀਆ 'ਚ ਕੋਈ ਸੰਗੀਤ ਨਹੀਂ ਵੀ ਸਦਾ ਲਈ ਤੁਸੀਂ ਉਹਨੂੰ ਸੁਣੋ ਤੇ ਸਦਾ ਤੁਹਾਡਾ ਮਨ ਸਥਿਰ ਹੋ ਜਾਏ ਤੇ ਮਨ ਦੁੱਖ ਵਿੱਚ, ਵੈਰਾਗ ਵਿੱਚ, ਤਕਲੀਫ ਵਿੱਚ ਨਾ ਜਾਏ। ਐਸਾ ਕੋਈ ਦੁਨੀਆ 'ਚ ਸੰਗੀਤ ਨਹੀਂ, ਕੋਈ ਧੁਨ ਨਹੀਂ ਸੰਸਾਰ ਦੇ ਅੰਦਰ, ਐਸਾ ਕੋਈ ਗੀਤ ਨਹੀਂ ਵੀ ਤੁਸੀਂ ਉਹਨੂੰ ਇੱਕ ਵਾਰ ਸੁਣ ਲਿਆ ਤੇ ਫਿਰ ਤੁਹਾਡੇ ਮਨ ਨੂੰ ਦੁੱਖ ਨਹੀਂ ਪਹੁੰਚੇਗਾ, ਫਿਰ ਤੁਸੀਂ ਸਦਾ ਖੁਸ਼ ਰਹੋਗੇ। ਸਤਿਗੁਰੂ ਨੇ ਬਾਣੀ ਦੇ ਵਿੱਚ ਆਖਿਆ, ਅਕਾਲ ਪੁਰਖ ਦੀ ਸਿਫਤ ਸਲਾਹ, ਉਹਦੀ ਵਡਿਆਈ, ਉਹਦੇ ਗੁਣ, ਉਹਦੀ ਇਬਾਦਤ ਹੀ ਇੱਕ ਐਸੀ ਧੁਨ ਹੈ ਜੇ ਸੁਰਤ ਵਿੱਚ ਟਿਕ ਜਾਏ ਤਾਂ ਸਦਾ ਜੀਵਨ ਦਾ ਉਤਸ਼ਾਹ ਬਣਿਆ ਰਹਿੰਦਾ, ਉਤਸ਼ਾਹ ਕਦੇ ਨਹੀਂ ਖਤਮ ਹੁੰਦਾ। ਅੰਦਰ ਦਾ ਚਾਓ ਤੇ ਖੇੜਾ ਸਦਾ ਬਣਿਆ ਰਹਿੰਦਾ ਹੈ। ਬਸੰਤ ਵਰਗੀ ਰੁੱਤ ਵਰਗਾ ਮਨ ਦਾ ਮਾਹੌਲ ਰਹਿੰਦਾ, ਮਨ ਦੀ ਅਵਸਥਾ ਰਹਿੰਦੀ ਹੈ। ਇਸ ਲਈ ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਨੂੰ ਹੀ ਮੰਗਲ, ਖੁਸ਼ੀ ਦਾ ਗੀਤ ਆਖਿਆ, ਜਿਸ ਵਿੱਚੋਂ ਸਾਨੂੰ ਆਨੰਦ ਮਿਲੇ, ਸਕੂਨ ਮਿਲੇ, ਉਤਸ਼ਾਹ ਮਿਲੇ, ਚਾਓ ਮਿਲੇ। ਜਦੋਂ ਅਸੀਂ ਬਾਣੀ ਦਾ ਇਹ ਵਾਕ ਪੜ੍ਹਦੇ ਹਾਂ, ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹੱਸ ਮਨ ਉਪਜਿਓ। ਇਹਨੂੰ ਆਪਾਂ ਕਈ ਵਾਰ ਰਹੱਸ ਪੜ੍ਹਦੇ ਨੇ, ਰਹੱਸ। ਸ਼ਾਂਤ ਟਿਕਾਊ ਆ ਗਿਆ, ਸਹਿਜ ਵੀ ਟਿਕਾਊ ਆ ਗਿਆ ਤੇ ਰਹੱਸ ਖੇੜਾ ਆ ਗਿਆ। ਸ਼ਾਂਤ ਸਹਿਜ ਰਹੱਸ ਮਨ ਉਪਜਿਓ। ਰਹੱਸ ਦਾ ਮਤਲਬ ਹੈ ਖੇੜਾ, ਉਤਸ਼ਾਹ। ਜਿੱਥੇ ਸਾਡੇ ਅੰਦਰ ਕਿਸੇ ਚੀਜ਼ ਨੂੰ ਲੈ ਕੇ ਉਦਾਸੀ, ਮਾਯੂਸੀ ਦੇ ਵਿੱਚ ਸਾਡਾ ਮਨ ਇੰਨਾ ਗਹਿਰਾ ਨਹੀਂ ਉਤਰਦਾ ਵੀ ਉਹ ਡਿਪਰੈਸ਼ਨ ਵਰਗੇ ਰੋਗ ਦਾ ਸ਼ਿਕਾਰ ਹੋ ਜਾਏ। ਖਿਆਲ ਵਿੱਚ ਰੱਖੀਏ, ਦੁੱਖ, ਤਕਲੀਫ, ਮੁਸ਼ਕਲ, ਇਹ ਲਫ਼ਜ਼ ਮਨੁੱਖ ਦੇ ਮਨ ਨੂੰ ਬੜੇ ਘਬਰਾਹਟ ਦਿੰਦੇ ਨੇ। ਸਾਨੂੰ ਪਤਾ ਲੱਗ ਜਾਏ ਵੀ ਦੁੱਖ ਆਉਣ ਵਾਲਾ ਹੈ, ਮੁਸ਼ਕਲ ਆਉਣ ਵਾਲੀ ਹੈ, ਤਕਲੀਫ ਆਉਣ ਵਾਲੀ ਹੈ, ਸਾਡੀ ਹਾਲਤ ਕੀ ਹੁੰਦੀ ਹੈ ਵੀ ਅਸੀਂ ਉਹਨੂੰ ਕਿਵੇਂ ਨਜਿੱਠਾਂਗੇ। ਜੇ ਆ ਜਾਏ ਤੇ ਫਿਰ ਅਸੀਂ ਕਿਹੜੀ ਮਨੋਵਸਥਾ 'ਚ ਹੁੰਦੇ ਹਾਂ। ਮੰਨ ਲਓ ਸਾਨੂੰ ਕੋਈ ਦੱਸ ਦੇਵੇ ਕਿ ਤੁਹਾਡੇ ਤੇ ਦੁੱਖ ਦੀ ਘੜੀ ਆਉਣ ਵਾਲੀ ਹੈ, ਮੁਸ਼ਕਲ ਆਉਣ ਵਾਲੀ ਹੈ, ਤਕਲੀਫ ਆਉਣ ਵਾਲੀ ਹੈ, ਤੇ ਫਾਈਨਲੀ ਪੱਕਾ ਆਏਗੀ, ਸ਼ੋਰ ਹੋ ਜਾਏ। ਉਸ ਵੇਲੇ ਸਾਡਾ ਮਨ, ਸਾਡੀ ਸੁਰਤ ਕੀ, ਸਾਰੇ ਭੋਗ ਵਿਲਾਸ ਜੋ ਸਾਡੇ ਕੋਲ ਚੀਜ਼ਾਂ ਨੇ, ਪਦਾਰਥ ਨੇ, ਸਭ ਕੁਝ ਸਾਨੂੰ ਫਿੱਕਾ ਨਹੀਂ ਲੱਗਣ ਲੱਗ ਜਾਂਦਾ। ਸਾਰੀਆਂ ਖੁਸ਼ੀਆਂ ਖੰਭ ਲਾ ਕੇ ਉੱਡ ਜਾਂਦੀਆਂ ਨੇ। ਇਸੇ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਨੂੰ ਪਤਾ ਹੈ ਵੀ ਇਹ ਪਾਰਟ ਆਫ ਲਾਈਫ ਹੈ, ਜੀਵਨ ਦਾ ਹਿੱਸਾ ਹੈ, ਮੁਸ਼ਕਲ, ਦੁੱਖ, ਤਕਲੀਫ। ਪਰ ਕਿਉਂਕਿ ਸੁਰਤ ਇਹੋ ਜਿਹੀ ਘੜੀ ਗਈ ਹੈ, ਕੋਈ ਜ਼ਬਰਦਸਤੀ ਨਹੀਂ ਹੁੰਦੀ ਵੀ ਤਕਲੀਫ, ਦੁੱਖ ਦਾ ਸਮਾਂ ਹੋਵੇ ਤੇ ਤੁਸੀਂ ਜ਼ਬਰਦਸਤੀ ਖੁਸ਼ ਰਹਿਣ ਦੀ ਕੋਸ਼ਿਸ਼, ਐਸਾ ਨਹੀਂ ਹੁੰਦਾ। ਇਹ ਮਨ ਦਾ ਇੱਕ ਸਟੈਂਡਰਡ ਹੈ, ਮਨ ਦਾ ਇੱਕ ਲੈਵਲ ਹੈ ਜਿਹੜਾ ਘੜਿਆ ਗਿਆ ਵੀ ਤੁਸੀਂ ਉਸ ਦੁੱਖ ਵਿੱਚ ਵੀ ਸੁੱਖ ਮਨਾਈ। ਕਿ ਤੁਹਾਡੀ ਸੁਰਤ ਇਹੋ ਜਿਹੀ ਬਣ ਗਈ, ਮਨੋ ਅਵਸਥਾ ਇਹੋ ਜਿਹੀ ਬਣ ਗਈ ਵੀ ਤੁਸੀਂ ਉਹਦੇ ਵਿੱਚ ਵੀ ਦੁੱਖ ਨੂੰ ਆਪਣੀ ਸੁਰਤ ਉੱਤੇ, ਆਪਣੇ ਜੀਵਨ ਦੇ ਉੱਤੇ ਹਾਵੀ ਨਹੀਂ ਹੋਣ ਦਿੱਤਾ। ਠੀਕ ਹੈ, ਦੁੱਖ ਹੈ, ਉਹਨੂੰ ਹੰਢਾਇਆ, ਪਰ ਉਹਨੂੰ ਹਾਵੀ ਨਹੀਂ ਹੋਣ ਦਿੱਤਾ, ਉਹਨੂੰ ਆਪਣੇ ਆਪ ਦਾ ਮਾਲਕ ਨਹੀਂ ਬਣਨ ਦਿੱਤਾ। ਉਹਨੇ ਤੁਹਾਨੂੰ ਲਤਾੜਿਆ ਨਹੀਂ, ਤੁਸੀਂ ਜਰਿਆ ਉਹਨੂੰ, ਠੀਕ ਹੈ, ਗੁਜ਼ਾਰਿਆ ਉਹਨੂੰ। ਦੁੱਖ ਹੈ, ਤਕਲੀਫ ਹੈ, ਮੁਸ਼ਕਲ ਹੈ, ਹੰਢਾਈ, ਗੱਲ ਗਈ। ਉਹਨੂੰ ਕੱਪੜਿਆਂ ਵਾਂਗ, ਜਿਵੇਂ ਤਨ ਦਾ ਕੱਪੜਾ ਅਸੀਂ ਪਹਿਨਦੇ ਹਾਂ ਨਾ ਤੇ ਉਹਨੂੰ ਬਦਲ ਦਈਦਾ ਬਾਅਦ ਵਿੱਚ, ਫਿਰ ਦੂਜਾ ਪਹਿਨ ਲਈਦਾ, ਚੌਥਾ ਪਹਿਨ ਲਈਦਾ, ਇਸੇ ਤਰ੍ਹਾਂ ਚੱਲਦਾ ਰਹਿੰਦਾ।
ਉਹ ਸੁੱਖ ਤੇ ਦੁੱਖ ਨੂੰ ਦੋਏਦਾਰ ਕੱਪੜੇ ਮੰਨ ਕੇ ਜੀਵਨ ਵਿੱਚ ਵਿਚਰਦੇ ਹਨ ਵੀ ਠੀਕ ਹੈ, ਹਰ ਵੇਲੇ ਵਕਤ ਨਾ ਤਾਂ ਖੁਸ਼ੀ ਦਾ ਰਹਿਣਾ ਤੇ ਨਾ ਗਮੀ ਦਾ ਰਹਿਣਾ। ਇਹ ਚੱਲਦਾ ਰਹੇਗਾ, ਇਹ ਪ੍ਰੋਸੈਸ ਹੈ ਔਰ ਰੈਗੂਲਰ ਇਹਨੇ ਲਗਾਤਾਰ ਇਵੇਂ ਚੱਲਦੇ ਰਹਿਣਾ ਹੈ। ਇਸ ਵਾਸਤੇ ਉਹਨਾਂ ਦੀ ਅਸਲ ਉਤਸ਼ਾਹ, ਉਹਨਾਂ ਦੀ ਅੰਦਰ ਦੀ ਖੁਸ਼ੀ ਦਾ ਜਿਹੜਾ ਰਾਜ਼ ਹੈ, ਉਹਨਾਂ ਦੇ ਅੰਦਰ ਦੇ ਖੇੜੇ ਦਾ ਜਿਹੜਾ ਰਾਜ਼ ਹੈ, ਉਹ ਕਾਹਦੇ ਵਿੱਚ ਲੁਕਿਆ ਹੋਇਆ ਹੈ? ਪਰਮੇਸ਼ਰ ਦੇ ਗੁਣਾਂ ਦੇ ਵਿੱਚ, ਰੱਬੀ ਇਬਾਦਤ ਵਿੱਚ, ਭਾਵ ਉਹਦੇ ਭਾਣੇ ਤੇ ਉਹਦੇ ਹੁਕਮ ਨੂੰ ਸੁਰਤ ਵਿੱਚ ਟਿਕਾ ਕੇ, ਬਲੀਵ ਕਰਕੇ ਉਹਦੇ ਉੱਤੇ ਹੁਕਮ ਅਨੁਸਾਰ ਜੀਣਾ ਤੇ ਭਾਣੇ ਨੂੰ ਮੰਨਣਾ। ਚੇਤੇ 'ਚ ਰੱਖਿਓ, ਹੁਕਮ ਮੁਤਾਬਕ ਜੀਣਾ। ਭਾਣਾ ਕੀ ਹੈ? ਜੋ ਰਿਜ਼ਲਟ ਹੈ ਉਹਨੂੰ ਪ੍ਰਵਾਨ ਕੀਤਾ। ਰਿਜ਼ਲਟ ਤੋਂ ਤਾਂ ਨਹੀਂ ਨਾ ਬੰਦਾ ਭੱਜ ਸਕਦਾ। ਤੁਸੀਂ ਯਤਨ ਕੀਤਾ ਵੀ ਆ ਇਵੇਂ ਕੰਮ ਕੀਤਾ ਜਾਏ ਤੇ ਇਵੇਂ ਹੋਵੇਗਾ। ਤੁਸੀਂ ਆਪਣੀ ਵਾਹ ਲਾਈ, ਆਪਣਾ ਉਦਮ ਕੀਤਾ, ਜੋ ਤੁਸੀਂ ਸਮਝ ਕੇ ਕਰ ਸਕਦੇ ਸੀ ਉਹ ਕੀਤਾ। ਹੁਣ ਉਹਦਾ ਜੋ ਵੀ ਰਿਜ਼ਲਟ ਨਿਕਲਿਆ, ਉਸ ਤੋਂ ਭੱਜਣ ਦੀ ਲੋੜ ਨਹੀਂ, ਉਹਨੂੰ ਅਸੈਪਟ ਕਰਨ ਦੀ ਲੋੜ ਹੁੰਦੀ ਵੀ ਠੀਕ ਹੈ, ਜੇ ਮੇਰੇ ਮੁਤਾਬਕ ਨਿਕਲਿਆ ਸ਼ੁਕਰ ਹੈ, ਨਹੀਂ ਨਿਕਲਿਆ ਤਾਂ ਵੀ ਸ਼ੁਕਰ ਹੈ। ਉਹਨੂੰ ਭਾਣਾ ਕਹਿੰਦੇ ਨੇ। ਭਾਣੇ ਵਿੱਚ ਰਾਜ਼ੀ ਰਹਿਣਾ, ਅਸੈਪਟ ਕਰਨਾ, ਕਬੂਲ ਕਰ ਲੈਣਾ, ਉਹਨੂੰ ਪ੍ਰਵਾਨ ਕਰਨਾ ਔਰ ਖਿੜੇ ਮੱਥੇ ਕਰਨਾ ਵੀ ਠੀਕ ਹੈ। ਉਹ ਜਿਹੜਾ ਫਿਰ ਅੰਦਰ ਦਾ ਖੇੜਾ ਨਹੀਂ, ਕਿਉਂਕਿ ਤੁਸੀਂ ਪਹਿਲਾਂ ਤਿਆਰ ਹੋ, ਤੁਸੀਂ ਪਹਿਲਾਂ ਰੈਡੀ ਹੋ, ਤੁਸੀਂ ਪਹਿਲਾਂ ਆਪਣੇ ਆਪ ਨੂੰ ਇਸ ਮੁਤਾਬਕ ਬਣਾ ਲਿਆ, ਆਪਣੀ ਸੁਰਤ ਨੂੰ ਵੀ ਠੀਕ ਹੈ ਮੈਂ ਪ੍ਰਵਾਨ ਕਰਦਾ। ਫਿਰ ਤੁਹਾਡੇ ਉਤਸ਼ਾਹ ਨੂੰ ਕੋਈ ਖਤਮ ਨਹੀਂ ਕਰ ਸਕਦਾ। ਅੰਦਰ ਦੀ ਉਸ ਖੁਸ਼ੀ ਤੇ ਅੰਦਰ ਦੇ ਖੇੜੇ ਨੂੰ ਕੋਈ ਖੋ ਨਹੀਂ ਸਕਦਾ। ਤੋ ਉਸ ਨੂੰ ਭਗਤ ਜੀ ਫਰਮਾਨ ਕਰਦੇ ਨੇ, ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ। ਮੈਂ ਨਿਤ ਹੀ ਮੰਗਲ ਕਰਦਾ ਹਾਂ। ਪਰਮੇਸ਼ਰ ਦਾ ਉਤਸ਼ਾਹ, ਖੁਸ਼ੀ ਦੇਣ ਵਾਲਾ ਸਿਫਤ ਸਲਾਹ ਦਾ ਗੀਤ ਗਾਉਂਦਾ, ਭਾਵ ਸਦਾ ਉਹਦੀ ਵਡਿਆਈ ਦੇ ਵਿੱਚ ਜੁੜਿਆ ਰਹਿਣਾ, ਉਹਦੇ ਗੁਣਾਂ ਨਾਲ ਜੁੜਿਆ ਰਹਿਣਾ। ਕਿਸ ਦੇ ਗੁਣਾਂ ਨਾਲ? ਰਾਜਾ ਰਾਮ ਰਾਏ ਕੋ। ਇੱਥੇ ਕਿਸੇ ਅਯੁੱਧਿਆਪਤੀ ਰਾਜਾ ਦੀ ਗੱਲ ਨਹੀਂ ਹੋ ਰਹੀ। ਰਾਜਾ ਤੋਂ ਪਾਵੇ ਜੀ ਦਾ ਰਾਜ ਹੈ ਤੇ ਰਾਜੋ ਤਾਂ ਤੇਰਾ ਸਦਾ ਨਿਚਲ। ਰਾਜ ਜੀ ਦਾ ਸਲਾਮਤ ਹੈ, ਉਹਨੂੰ ਬਾਣੀ ਨੇ ਰਾਜਾ। ਬਾਕੀ ਤਾਂ ਇਹ ਭੂਪਤ ਸਭ ਦਿਵਸ ਚਾਰ ਕੇ, ਕੋਈ ਕੱਲ ਰਾਜਾ ਸੀ ਅੱਜ ਹੈ ਨਹੀਂ, ਜਿਹੜਾ ਅੱਜ ਉਹਨੇ ਕੱਲ ਨਹੀਂ ਰਹਿਣਾ, ਕੱਲ ਨਵਾਂ ਆਏਗਾ, ਪਰਸੋਂ ਹੋਰ ਆਏਗਾ। ਇਹ ਤਾਂ ਚੱਲਦਾ ਰਹਿੰਦਾ। ਪਰਜਾ ਬਦਲਦੀ ਹੈ, ਰਾਜੇ ਵੀ ਬਦਲਦੇ ਨੇ। ਉਹ ਦਿਵਸ ਚਾਰ ਕੇ ਜਿਹੜੇ ਦਿਵਾਜਾ ਕਰਨ ਵਾਲੇ ਜਿਹੜੇ ਭੂਪਤ ਨੇ, ਰਾਜੇ ਨੇ, ਉਹਨਾਂ ਨੂੰ ਗੁਰੂ ਸਾਹਿਬ ਨੇ ਅਸਲ ਰਾਜਾ ਕਹਿ ਕੇ ਉਹਦੀ ਇਬਾਦਤ ਕਿਸੇ ਦੀ ਨਹੀਂ ਕੀਤੀ, ਨਾ ਕਿਸੇ ਅਵਤਾਰ ਦੀ ਕੀਤੀ। ਤੇ ਮੰਨਿਆ ਹੈ ਵੀ ਕੋਈ ਹਰ ਸਮਾਨ ਨਹੀਂ ਰਾਜਾ, ਉਹਦੇ ਸਮਾਨ ਕੋਈ ਰਾਜਾ ਨਹੀਂ। ਹੁਕਮ ਤਾਂ ਸਦਾ ਉਹਦਾ ਨਿਸ਼ਚਲ ਹੈ, ਸਦਾ ਟਿਕਾ ਵਾਲਾ ਹੈ, ਉਹਦੇ ਹੁਕਮ ਬਦਲਦੇ ਨਹੀਂ। ਉਹਦੀ ਪਦਵੀ, ਜਿਸ ਨੂੰ ਬਾਣੀ ਨੇ ਕਿਹਾ ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਤਸ਼ਾਹ, ਨਿਹਚਲ ਚੌਰ ਛੱਤ। ਕਿ ਤੇਰਾ ਚੌਰ ਵੀ ਨਿਹਚਲ ਹੈ, ਤੇਰਾ ਛਤਰ ਵੀ ਨਿਹਚਲ ਹੈ, ਤੇਰਾ ਸਿੰਘਾਸਨ ਵੀ ਨਿਹਚਲ ਹੈ, ਤੇਰਾ ਹੁਕਮ ਵੀ ਨਿਹਚਲ ਹੈ, ਹਰ ਚੀਜ਼ ਤੇਰੀ ਕਾਇਮ ਰਹਿਣ ਵਾਲੀ ਹੈ। ਬਾਕੀ ਸਾਰਿਆਂ ਦਾ ਸਭ ਕੁਝ ਬਦਲ ਜਾਂਦਾ ਹੈ। ਇਸ ਵਾਸਤੇ ਗਰੀਬ ਨਵਾਜ ਨੇ ਕਿਹਾ, ਉਹ ਰਾਜਾ ਜਿਹੜਾ ਰਮਿਆ ਹੋਇਆ ਹੈ, ਮੈਂ ਉਸ ਦੇ ਗੁਣਾਂ ਦਾ ਗੀਤ ਗਾਉਂਦਾ ਹਾਂ। ਤੋ ਆਰੰਭ ਦੇ ਬਚਨ ਵਿੱਚ ਕਿਹਾ ਵੀ ਐਸੇ ਮਾਲਕ ਦੀ ਮੈਂ ਆਰਤੀ ਵੀ ਕਰਦਾ। ਧੂਪ, ਦੀਪ, ਘ੍ਰਿਤ, ਸਾਜ। ਧੂਪ ਆਦਿਕ ਸੁਗੰਧੀ ਵਾਲੀ ਕੋਈ ਚੀਜ਼ ਜਿਹੜੀ ਉਹਨੂੰ ਦਿਖਾਉਣਾ, ਉਹਨੂੰ ਆਪਾਂ ਧੂਪ ਕਹਿੰਦੇ ਹਾਂ। ਦੀਪ ਦੀਵੇ ਨੂੰ ਕਹਿੰਦੇ ਹਨ। ਘ੍ਰਿਤ ਘਿਓ ਵਾਲਾ ਦੀਵਾ ਸਾਜ ਕੇ, ਧੂਪ ਆਦਿਕ ਜਗਾ ਕੇ ਜਿਹੜੀ ਆਰਤੀ ਕੀਤੀ ਜਾਂਦੀ ਹੈ, ਇਹ ਮੈਂ ਆਰਤੀ ਕਿਵੇਂ ਕਰਦਾ? ਹੁਣ ਭਗਤ ਸੈਣ ਜੀ ਕਹਿੰਦੇ ਮੈਂ ਕਿਵੇਂ ਆਰਤੀ ਕਰਦਾ? ਧੂਪ ਦਿਖਾ ਕੇ, ਘਿਓ ਦੇ ਦੀਵੇ ਜਗਾ ਕੇ ਦੁਨੀਆ ਆਰਤੀ ਕਰਦੀ ਹੈ। ਚੇਤੇ 'ਚ ਰੱਖਣਾ, ਇਹਦੀ ਇੱਕ ਬੈਕਗਰਾਉਂਡ ਹੈ, ਇਹਦਾ ਇੱਕ ਪਿਛੋਕੜ ਹੈ ਆਰਤੀ ਦਾ। ਦੋ ਧਾਰਾ ਚੱਲਦੀਆਂ ਨੇ, ਇੱਕ ਸਰਗੁਣ, ਇੱਕ ਨਿਰਗੁਣ। ਸਰਗੁਣ ਧਾਰਾ ਦੇ ਵਿੱਚ ਹੁੰਦਾ ਹੈ ਵੀ ਇੱਕ ਮੂਰਤੀ ਜਾਂ ਕਿਸੇ ਦੇਵੀ ਜਾਂ ਦੇਵਤੇ ਦਾ ਉਪਾਸ਼ਕ ਜਿਹੜਾ ਹੈ, ਉਹਦੀ ਆਰਤੀ ਉਤਾਰਦਾ ਹੈ ਤੇ ਉਹਦੀ ਆਰਤੀ ਜਿਹੜੀ ਹੈ ਉਹ ਵਿਖਾਈ ਦਿੰਦੀ। ਉਹ ਕਿਵੇਂ? ਇੱਕ ਥਾਲੀ ਦੇ ਵਿੱਚ ਦੀਵੇ ਆਦਿਕ ਜਗਾ ਕੇ, ਫੁੱਲ ਪੱਤੀਆਂ ਰੱਖ ਕੇ, ਤੇ ਫਿਰ ਬੜੀ ਇੱਕ ਤਰੀਕਾ ਹੈ, ਤਕਨੀਕ ਹੈ, ਉਹਨਾਂ ਦਾ ਆਪਣਾ ਬਣਾਇਆ ਹੋਇਆ ਇੱਕ ਨਿਯਮ ਹੈ ਵੀ ਫਿਰ ਉਸ ਥਾਲੀ ਨੂੰ ਸਾਜ ਆਦਿਕ ਵਜਾ ਕੇ ਤੇ ਨਾਲ ਭਜਨ ਗਾਏ ਜਾਂਦੇ ਨੇ, ਗੀਤ ਗਾਏ ਜਾਂਦੇ ਨੇ, ਮੰਤਰ ਪੜ੍ਹੇ ਜਾਂਦੇ ਨੇ, ਸਾਜ ਵੱਜਦੇ ਨੇ। ਭੋਗ ਲਵਾਉਣ ਲਈ ਥਾਲੀ ਸਜਾ ਕੇ ਵੱਖਰੀ ਰੱਖੀ ਹੁੰਦੀ ਹੈ ਪਕਵਾਨਾਂ ਦੀ, ਪਦਾਰਥਾਂ ਦੀ। ਚੌਰ
ਕੀਤਾ ਜਾਂਦਾ ਹੈ ਉਸ ਮੂਰਤੀ ਦੇ ਉੱਤੇ। ਤੇ ਉਹ ਸਾਰਾ ਕੁਝ ਕਰਕੇ ਉਹਦਾ ਭਾਵ ਕੀ ਹੁੰਦਾ ਵੀ ਸਾਡਾ ਭਗਵਾਨ ਸਾਡੀ ਆਰਤੀ ਉਪਾਸਨਾ ਪੂਜਾ ਦਾ ਇੱਕ ਹਿੱਸਾ ਹੈ, ਉਹਨਾਂ ਦੇ ਕਰਮਕਾਂਡੀ ਪੂਜਾ ਦਾ ਵਿਧਾਨ ਦਾ ਇੱਕ ਅੰਗ ਹੈ। ਉਹ 4 ਵਾਰ ਉਸ ਦੇਵਤੇ ਦੇ ਪੈਰਾਂ ਨਾਲ ਅੱਗੇ ਉਸ ਥਾਲੀ ਨੂੰ ਘੁਮਾਇਆ ਜਾਂਦਾ, 2 ਵਾਰ ਉਹਦੀ ਨਾਭੀ ਅੱਗੇ, 1 ਵਾਰ ਉਹਦੇ ਚਿਹਰੇ ਅੱਗੇ, ਤੇ ਫਿਰ 7 ਵਾਰ ਸਾਰੀ ਉਹਦੀ ਜਿਹੜੀ ਹੈ ਉਹਦੇ ਸਾਰੇ ਜਿੰਨੀ ਕੁ ਮੂਰਤੀ ਦਾ ਆਕਾਰ ਉਹਦੇ ਅੱਗੇ ਵੱਡੇ ਚੱਕਰ ਦੇ ਵਿੱਚ ਉਸ ਥਾਲੀ ਨੂੰ ਘੁਮਾਉਣ ਦਾ ਇਹ ਉਹਨਾਂ ਦਾ ਨਿਯਮ ਹੈ। ਪਰ ਆਪਾਂ ਇਹ ਅੱਗੇ ਵੀ ਵਿਚਾਰਿਆ ਇੱਕ ਸ਼ਬਦ ਭਗਤ ਰਵਿਦਾਸ ਜੀ ਦਾ, ਜਦੋਂ ਆਪਾਂ ਸ਼ਬਦ ਵਿਚਾਰਿਆ ਨਾਮ ਤੇਰੋ ਆਰਤੀ ਮੱਜਨ ਮੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਉਹਨਾਂ ਨੇ ਸਪਸ਼ਟ ਕਿਹਾ ਤੇਰੋ ਕੀਆ ਤੁਝੇ ਕਿਆ ਰਪੋ, ਨਾਮ ਤੋਂ ਬਿਨਾਂ ਬਾਕੀ ਸਾਰੇ ਅਡੰਬਰ ਝੂਠੇ ਨੇ। ਉਹਨਾਂ ਇਹ ਵੀ ਕਿਹਾ ਗੁਰੂ ਨਾਨਕ ਸਾਹਿਬ ਨੇ ਸਾਨੂੰ ਨਿਰਗੁਣ ਧਾਰਾ ਦੀ ਆਰਤੀ ਦੀ ਏਡੀ ਵਧੀਆ ਮਿਸਾਲ ਕਾਇਮ ਕੀਤੀ। ਉਹਨਾਂ ਕਿਹਾ ਉਹਦੀ ਆਰਤੀ ਤਾਂ ਸਾਰਾ ਜਗਤ ਕਰ ਰਿਹਾ, ਤੁਹਾਨੂੰ ਤਾਂ ਉਸ ਆਰਤੀ ਨੂੰ ਮਹਿਸੂਸ ਕਰਨ ਦੀ ਲੋੜ ਹੈ। ਪਰ ਅਸੀਂ ਪਿੱਛੇ ਨਹੀਂ ਰਹੇ। ਸਾਡੇ ਵੀ ਭਾਈ ਜਿਹੜੇ ਹਨ ਉਹ ਕਈ ਜਗ੍ਹਾ ਤੇ ਐਸਾ ਵਿਧਾਨ ਉਹਨਾਂ ਘੜ ਲਿਆ, ਉਹ ਵੀ ਦੀਵੇ ਉਸੇ ਤਰ੍ਹਾਂ ਹੀ ਜਗਾ ਜਗੂ ਕੇ ਤੇ ਸਾਰਾ ਕੁਝ ਉਸ ਤਰ੍ਹਾਂ ਹੀ ਕਰਦੇ ਨੇ ਜਿਸ ਤਰ੍ਹਾਂ ਜਗਨਨਾਥਪੁਰੀ ਦੇ ਪੰਡਤ ਜਾਂ ਹੋਰ ਮੰਦਰਾਂ ਦੇ ਪੰਡਤ ਕਰਦੇ ਸਨ। ਤੇ ਹੁਣ ਫਰਕ ਨਹੀਂ ਰਹਿ ਗਿਆ ਵੀ ਗੁਰੂ ਨਾਨਕ ਸਾਹਿਬ ਦਾ ਸ਼ਬਦ ਵੀ ਗੁਰੂ ਨਾਨਕ ਸਾਹਿਬ ਦਾ ਹੀ ਪੜ੍ਹ ਲੈਂਦੇ। ਸਿਤਮ ਦੀ ਗੱਲ ਹੈ, ਜਿਸ ਪਾਤਸ਼ਾਹ ਨੇ ਅਸਲ ਆਰਤੀ ਦੇ ਅਰਥ ਸਮਝਾਏ ਸ਼ਬਦ ਵੀ ਉਸੇ ਦਾ ਹੀ ਪੜ੍ਹਨਾ ਹੈ, ਤੇ ਆਰਤੀ ਵੀ ਉਸੇ ਸ਼ਬਦ ਨੂੰ ਪੜ੍ਹਦੇ ਆ ਉਸੇ ਬਾਣੀ ਦੇ ਸਾਹਮਣੇ ਹੀ ਕਰਨੀ ਹੈ। ਯਾਨੀ ਕਿ ਹੁਣ ਇਹਨੂੰ ਤੁਸੀਂ ਕਹਿ ਲਓ ਵੀ ਇਹਨੂੰ ਮੂੰਹ ਚੜਾਉਣਾ ਕਹਿ ਲਓ ਇੱਕ ਤਰ੍ਹਾਂ ਨਾਲ, ਵੀ ਜਿਸ ਨੇ ਜਿਹੜੇ ਕੰਮ ਤੋਂ ਰੋਕਿਆ ਹੋਵੇ ਉਹ ਕੰਮ ਉਹਦੇ ਹੀ ਸਾਹਮਣੇ ਕਰਨ ਲੱਗ ਪਾਓ। ਬਾਣੀ ਦੇ ਉਪਦੇਸ਼ ਦਾ ਅਰਥ ਜਿਹੜਾ ਹੈ ਉਹ ਗਵਾਚ ਗਿਆ ਤੇ ਕਰਮਕਾਂਡ ਭਾਰੂ ਹੋ ਗਿਆ। ਹੁਣ ਜਦੋਂ ਤੁਸੀਂ ਐਸਾ ਕਰਨ ਵਾਲਿਆਂ ਨੂੰ ਕਹੋਗੇ ਉਹ ਤੁਹਾਡੇ ਗਾਲੀ ਪੈਣਗੇ ਨਾ, ਉਹਨਾਂ ਨੂੰ ਬਾਣੀ ਦੇ ਅਰਥ ਨਾਲ ਕੋਈ ਮਤਲਬ ਨਹੀਂ। ਉਹ ਕਹਿਣਗੇ ਜੀ ਮਰਿਆਦਾ ਗੁਰੂ ਦੇ ਉਪਦੇਸ਼ ਉੱਤੇ ਭਾਰੂ ਹੋ ਗਈ। ਕਿਨ ਘੜੀ ਮਰਿਆਦਾ ਅਸੀਂ ਸਾਡੀਆਂ 4 ਪੀੜ੍ਹੀਆਂ 5 ਪੀੜ੍ਹੀਆਂ ਇੱਕ ਨੇ ਤੋਰੀ, ਅਗਲੀ ਪੀੜ੍ਹੀ ਲਈ ਮਰਿਆਦਾ ਬਣੀ, ਤੀਜੀ ਉਹਦੇ ਤੇ ਸਟ੍ਰਿਕਟ ਹੋਈ, ਚੌਥੀ ਕਿਰਪਾਨ ਲੈ ਕੇ ਖਲੋ ਗਏ ਵੀ ਬਦਲ ਕੇ ਵੇਖੋ ਕੌਣ ਬਦਲਦਾ। ਇਸ ਤਰ੍ਹਾਂ ਹੀ ਚੱਲਦਾ ਕੰਮ। ਹੁਣ ਜੇ ਮੈਂ ਇੱਕ ਉਦਾਹਰਣ ਦੇਣਾ, ਇੱਥੇ ਆਪਾਂ ਕਹਿ ਦਈਏ ਨਾ ਵੀ 2 ਬੰਦੇ 3 ਬੰਦੇ 4 ਬੰਦੇ ਇੱਥੇ ਸ਼ਨੀਚਰਵਾਰ ਕੌੜੇ ਤੇਲ ਦੀਆਂ ਸ਼ੀਸ਼ੀਆਂ ਚੜਾਉਣ ਲੱਗ ਪੈਣ, ਦੂਜਿਆਂ ਨੇ ਵੇਖਣਾ ਵੀ ਇੱਥੇ ਪੁੰਨ ਲੱਗਦਾ ਇਸ ਕੰਮ ਦਾ, ਤੇਲ ਹੀ ਤੇਲ ਹੋ ਜਾਏਗਾ। ਇਹ ਕਿਹੜਾ ਔਖਾ ਕੰਮ ਹੈ? ਕਿਸੇ ਨੇ ਪੁੱਛਣ ਥੋੜਾ ਹੋਣਾ ਵੀ ਕਿਉਂ ਕਰਦੇ ਹੋ, ਤੇ ਦੱਸਣ ਵਾਲਾ ਆਪਣੇ ਹੱਡ ਬਚਾਉਂਦਾ, ਮੈਨੂੰ ਕੀ ਲੋੜ ਹੈ, ਮੈਂ ਕੱਲੇ ਕੱਲੇ ਨਾਲ ਕਿਉਂ ਲੜਾਂ, ਕਿਉਂ ਉਲਝਾਂ। ਇਹ ਕਿਹੜੇ ਲੋਕ ਸਮਝਣ ਵਾਲੇ ਨੇ? ਇਹ ਇਵੇਂ ਚੱਲਦਾ ਹੈ ਪ੍ਰਬੰਧ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਸੱਚ ਦਾ ਹੋਕਾ ਸੰਸਾਰ ਨੂੰ ਦਿੱਤਾ। ਉਹਨਾਂ ਨੇ ਸੱਚੀ ਆਰਤੀ ਦਾ ਵਿਖਿਆਨ ਕੀਤਾ। ਰੋਜ਼ ਆਪਾਂ ਇਹ ਸ਼ਬਦ ਪੜ੍ਹਦੇ ਹਾਂ, ਗਗਨਮੈ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ, ਤੇਰੀ ਆਰਤੀ ਅਨਹੱਤਾ ਸ਼ਬਦ ਵਾਜੰਤ ਭੇਰੀ। ਔਰ ਯਾਦ ਰਹੇ ਆਰਤੀ ਦੇ ਸਿਰਲੇਖ ਹੇਠ ਕੇਵਲ ਇੱਕੋ ਸ਼ਬਦ ਹੀ ਗੁਰੂ ਗ੍ਰੰਥ ਸਾਹਿਬ ਦਰਜ ਹੈ, ਰਾਗ ਧਨਾਸਰੀ ਵਿੱਚ, ਗਗਨ ਮੈ ਥਾਲ ਰਵ ਚੰਦ ਦੀਪਕ ਬਨੇ। ਬਾਕੀ ਸਾਰੇ ਸ਼ਬਦ ਅਸੀਂ ਕੋਈ ਇੱਧਰੋਂ ਲਿਆ ਕੋਈ ਉੱਧਰੋਂ ਲਿਆ, ਤੇ ਉਹਨੂੰ ਆਪਣਾ ਪ੍ਰੋਪਰ ਇਸ ਰੂਪ ਵਿੱਚ ਇਹ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੀ ਨਹੀਂ, ਕੇਵਲ ਇੱਕ ਸ਼ਬਦ ਦਰਜ ਹੈ। ਸੋ ਇਹ ਜਿਹੜਾ ਨਿਯਮ ਹੈ ਅਸੀਂ ਘੜਿਆ, ਅਸੀਂ ਬਣਾਇਆ। ਪਰ ਗੁਰੂ ਨਾਨਕ ਸਾਹਿਬ ਨੇ ਜਿਹੜਾ ਗੁਰੂ ਅਰਜਨ ਸਾਹਿਬ ਨੇ ਗੁਰੂ ਨਾਨਕ ਸਾਹਿਬ ਨੇ ਉਹਨੂੰ ਆਰਤੀ ਦਾ ਸ਼ਬਦ ਲਿਖਿਆ ਤੇ ਗੁਰੂ ਅਰਜਨ ਸਾਹਿਬ ਨੇ ਉਹਨੂੰ ਮੁਕੰਮਲ ਰੂਪ ਵਿੱਚ ਉਵੇਂ ਹੀ ਦਰਜ ਕੀਤਾ। ਹੋਰ ਕਈ ਥਾਈਂ ਆਰਤੀ ਦਾ ਜ਼ਿਕਰ ਆਇਆ ਹੋਏਗਾ, ਆਪਾਂ ਅੱਗੇ ਵਿਚਾਰਿਆ ਵੀ ਗੋਪਾਲ ਤੇਰਾ ਆਰਤਾ। ਆਰਤਾ ਦਾ ਅਰਥ ਤੇ ਆਰਤ ਲੋੜਵੰਦ ਹੈ, ਨਾ ਕਿ ਆਰਤੀ ਤੋਂ ਭਾਵ ਹੈ। ਤੋ ਚੱਲ ਰਿਹਾ ਕੰਮ। ਸਤਿਗੁਰੂ ਜੀ ਇੱਥੇ ਬਖਸ਼ਿਸ਼ ਕਰਦੇ ਨੇ, ਧੂਪ ਦੀਪ ਘ੍ਰਿਤ ਸਾਜ ਆਰਤੀ। ਮੇਰੇ ਲਈ ਧੂਪ ਦਿਖਾ ਕੇ ਘਿਓ ਦੇ ਦੀਵੇ ਬਣਾ ਕੇ ਸਾਜ ਕੇ ਆਰਤੀ ਕਰਨੀ ਕੀ ਹੈ? ਵਾਰਨੇ ਜਾਓ ਕਮਲਾਪਤੀ। ਮੇਰੇ ਵਾਸਤੇ ਉਸ ਕਮਲਾਪਤੀ ਭਾਵ ਸਾਰੀ ਕਾਇਨਾਤ ਦੇ ਇਸ ਪ੍ਰਕਿਰਤੀ ਦੇ ਇਸ ਕੁਦਰਤ ਦੇ ਮਾਲਕ ਖਸਮ ਤੋਂ ਸਦਕੇ ਜਾਣਾ, ਕੁਰਬਾਨ ਜਾਣਾ, ਬਲਿਹਾਰ ਜਾਣਾ, ਮੇਰੇ ਲਈ ਇਹੀ ਆਰਤੀ ਹੈ, ਮੇਰੇ ਲਈ ਇਹੀ ਆਰਤੀ ਦੀ ਸਮੱਗਰੀ ਹੈ। ਫਿਰ ਫਰਮਾਉਂਦੇ ਹਨ, ਰਾਮਾ ਭਗਤ ਰਾਮਾਨੰਦ ਜਾਣੈ,
ਪੂਰਨ ਪਰਮਾਨੰਦ ਬਖਾਨੈ। ਰਾਮਾ ਭਗਤ ਸਰਵ ਵਿਆਪਕ ਪਰਮੇਸ਼ਰ ਦੀ ਬੰਦਗੀ, ਇਬਾਦਤ, ਭਗਤੀ ਜਿਹੜਾ ਕਰਦਾ ਹੈ, ਰਾਮਾਨੰਦ ਜਾਣੈ। ਉਸ ਆਨੰਦ ਦੇ ਸੋਮੇ ਪਰਮੇਸ਼ਰ ਨੂੰ ਜਾਣ ਲੈ। ਜਿਹੜਾ ਉਹਦੀ ਭਗਤੀ ਕਰਦਾ ਉਹਨੂੰ ਜਾਣ ਲੈਂਦਾ, ਜਿਹੜਾ ਉਹਦੇ ਰਾਹ ਤੇ ਤੁਰਦਾ ਹੈ ਉਹ ਉਹਦੇ ਤੱਕ ਪਹੁੰਚ ਜਾਂਦਾ ਹੈ। ਪੂਰਨ ਪਰਮਾਨੰਦ ਬਖਾਨੈ। ਜਿਹੜਾ ਉਸ ਦੇ ਗੁਣਾਂ ਨੂੰ ਵਿਖਾਣਦਾ ਉਹ ਪਰਮ ਆਨੰਦ ਦੇ ਸੋਮੇ ਨੂੰ ਹਾਸਲ ਕਰ ਲੈਂਦਾ ਹੈ। ਭਗਤ ਜੀ ਨੇ 2 ਸ਼ਬਦ ਦੇ ਵਿੱਚ ਕਹੇ ਨੇ। ਪਹਿਲੀ ਪੰਕਤੀ ਵਿੱਚ ਵੀ ਰਾਮਾਨੰਦ, ਰਾਮਾਨੰਦ ਤੋਂ ਭਾਵ ਕੋਈ ਵਿਅਕਤੀ ਵਿਸ਼ੇਸ਼ ਨਹੀਂ। ਰਾਮਾਨੰਦ ਤੋਂ ਭਾਵ ਹੈ ਰਮੇ ਹੋਏ ਪਰਮੇਸ਼ਰ ਦੇ ਨਾਲ ਜੁੜ ਕੇ ਜਿਹੜੀ ਆਨੰਦ ਦੀ ਅਵਸਥਾ ਮਿਲਣੀ। ਫਿਰ ਅੱਗੇ ਕਿਹਾ ਪਰਮਾਨੰਦ, ਪਰਮ ਆਨੰਦ ਦਾ ਸੋਮਾ, ਸਭ ਤੋਂ ਉੱਚੀ ਖੁਸ਼ੀ, ਉਹ ਆਨੰਦ, ਉਹ ਖੁਸ਼ੀ ਜਿਸ ਦਾ ਤੋੜ ਕੋਈ ਨਹੀਂ ਸੰਸਾਰ, ਜਿਹੜੀ ਕਿਸੇ ਪਦਾਰਥ ਜਾਂ ਹਾਲਾਤ ਉੱਤੇ ਨਹੀਂ ਖੜੀ, ਉਸ ਨੂੰ ਜਾਣ ਲੈਂਦਾ। ਫਿਰ ਕਹਿੰਦੇ ਨੇ ਮਦਨ ਮੂਰਤ ਭੈ ਤਾਰ ਗੋਬਿੰਦੇ। ਮਦਨ ਮੂਰਤ, ਮਦਨ ਦਾ ਮਤਲਬ ਹੁੰਦਾ ਹੈ ਜਿਸ ਦੇ ਸੋਹਣੇ ਸਰੂਪ ਨੂੰ ਵੇਖ ਕੇ ਜੀਵ ਵਿਸਮਾਦ ਵਿੱਚ ਚਲਾ ਜਾਏ। ਮੂਰਤ ਦਾ ਭਾਵ ਹੈ ਸਰੂਪ, ਮਦਨ ਦਾ ਮਤਲਬ ਹੁੰਦਾ ਹੈ ਮਸਤ ਹੋਣਾ, ਵਿਸਮਾਦਤ ਹੋਣਾ। ਗੁਰੂ ਨਾਨਕ ਸਾਹਿਬ ਨੇ ਸ਼ਬਦ ਵਰਤੇ ਵਿਸਮਾਦ ਨਾਦ, ਵਿਸਮਾਦ, ਇਹਦਾ ਮਤਲਬ ਵਿਸਮੈ, ਹੈਰਾਨੀ ਤੇ ਪ੍ਰੇਮ ਦਾ ਜਜ਼ਬਾ ਜਦੋਂ ਤੁਹਾਡੇ ਅੰਦਰ ਰਲ ਕੇ ਪੈਦਾ ਹੋਏ ਤੇ ਉਸ ਨੂੰ ਵਿਸਮਾਦ ਕਹਿੰਦੇ ਨੇ। ਸਤਿਗੁਰੂ ਮਹਾਰਾਜ ਆਖਦੇ ਨੇ ਜਦੋਂ ਉਸ ਪਰਮੇਸ਼ਰ ਅਕਾਲ ਪੁਰਖ ਦੇ ਗੁਣਾਂ ਨਾਲ ਜੁੜ ਕੇ, ਜਿਹੜਾ ਭੈ ਤਾਰ, ਡਰਾਂ ਤੋਂ ਖਤਮ ਕਰ ਦੇਣ ਵਾਲਾ, ਡਰ ਭੈ ਦੂਰ ਕਰ ਦੇਣ ਵਾਲਾ ਹੈ, ਸੰਸ਼ੇ ਮੁਕਾ ਦੇਣ ਵਾਲਾ ਹੈ, ਜੋ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਵੀ ਹੈ ਤੇ ਇਸ ਦਾ ਧਿਆਨ ਰੱਖਣ ਵਾਲਾ ਵੀ ਹੈ। ਇਸ ਲਈ ਭਗਤ ਜੀ ਅਖੀਰ ਉੱਤੇ ਆਪਣੇ ਨਾਂ ਦਾ ਸੰਕੇਤ ਵਰਤ ਕੇ ਕਹਿੰਦੇ ਨੇ ਸੈਨ ਭਣੈ। ਯਾਦ ਰਹੇ, ਨਾਂ ਵਿੱਚ ਸੈਨ ਨਾਣੇ ਨਾਲ ਹੈ ਤੇ ਇੱਥੇ ਸੈਨ ਨੰਨੇ ਨਾਲ ਹੈ। ਸੈਨ ਭਣੈ, ਸੈਨ ਆਖਦਾ ਹੈ ਭਜ ਪਰਮਾਨੰਦੇ। ਇਹ ਭਾਈ ਉਸ ਪਰਮ ਆਨੰਦ, ਸਭ ਤੋਂ ਵੱਡੀ ਖੁਸ਼ੀ, ਸਭ ਤੋਂ ਵੱਡੇ ਆਨੰਦ ਦਾ ਜੋ ਸੋਮਾ ਹੈ, ਉਸ ਨੂੰ ਭਜ, ਉਸ ਨੂੰ ਤੂੰ ਵੀ ਜਪ, ਤੂੰ ਵੀ ਉਸ ਪਰਮੇਸ਼ਰ ਦੇ ਗੁਣਾਂ ਨਾਲ, ਉਹਦੇ ਹੁਕਮ ਨਾਲ ਇੱਕ ਸੁਰ ਇੱਕ ਮਿਕ ਹੋ। ਸੋ ਭਗਤ ਜੀ ਦਾ ਇਹ ਮੁਬਾਰਕ ਉਪਦੇਸ਼ ਸਾਡੇ ਸਭਨਾਂ ਦੇ ਮਨਾਂ ਵਿੱਚ ਵਸੇ। ਸਤਿਗੁਰੂ ਦਾ ਇਹ ਉਪਦੇਸ਼ ਸਾਡੇ ਜੀਵਨ ਨੂੰ ਸਦਾ ਰੁਸ਼ਨਾਉਂਦਾ ਰਹੇ। ਮਹਾਰਾਜ ਭੁੱਲ ਚੁੱਕ ਦੀ ਖਿਮਾ ਬਖਸ਼ਿਸ਼ ਕਰਨ। ਆਪ ਸਭਨਾਂ ਦਾ ਧੰਨਵਾਦ। ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।